ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਦੁਸ਼ਮਣ ਕੌਣ ਆ ਤੇ ਉਹਦੀ ਮਾਨਸਿਕਤਾ ਉਹਦੀ ਤਾਸੀਰ ਕੀ ਆ, ਤੁਸੀਂ ਕਿਵੇਂ ਲੜੋਗੇ। ਪਰ ਹੋਣਾ ਕੀ ਆ, ਜੇ ਰਿਆਇਤਾਂ ਲਈ ਲੜਦੇ ਰਹੇ ਉਹਨਾਂ ਨੇ ਵੀ ਬਿਰਧ ਹੋ ਜਾਣਾ ਤੇ ਸਿੱਟਾ ਫੇਰ ਵੀ ਕੁਛ ਨਹੀਂ ਨਿਕਲਣਾ ਕੀ ਆ, ਖੁਦਕੁਸ਼ੀਆਂ ਨਿਕਲਣਾ ਕੀ ਆ, ਕਰਜ਼ੇ। ਉਹਨਾਂ ਨੇ ਕਸ਼ਮੀਰੀਆਂ ਦੀ ਨਹੀਂ ਸੁਣੀ, ਹਿਊਮਿਲੇਟ ਕੀਤੇ। ਸੀਏ ਦੇ ਖਿਲਾਫ ਜੋ ਰੋਸ ਪ੍ਰਦਰਸ਼ਨ ਹੋਇਆ, ਸ਼ਾਹੀਨ ਬਾਗ ਹਿਊਮਿਲੇਟ ਕੀਤੇ, ਹਨਾ। ਜਾਮੀਆਂ 'ਚ ਦੇਖ ਲਓ, ਹਿਊਮਿਲੇਟ ਕੀਤਾ ਗਿਆ। ਕਿੱਡੀ ਵੱਡੀ ਮੂਵਮੈਂਟ ਪੈਦਾ ਹੁੰਦੀ ਆ। ਜਾਂ ਤਾਂ ਸਪਰੈਸ ਕਰ ਦਿੰਦੇ ਆ, ਜਾਂ ਉਹਨਾਂ ਤੇ ਜਿਹੜੇ ਕਾਨੂੰਨ ਆ ਯੂਆਪਾ ਵਰਗੇ UAPA ਲਾ ਕੇ ਉਹਨਾਂ ਤੇ ਕੇਸ ਪਾ ਦਿੰਦੇ ਆ, ਜਾਂ ਕਿਸੇ ਹੋਰ ਢੰਗ ਨਾਲ ਜ਼ਬਰ ਤੇ ਜ਼ੁਲਮ ਕਰਦੇ ਆ। ਇਹ ਤਾਂ ਮਾਨਸਿਕਤਾ। ਹੁਣ ਇਸੇ ਦੇ ਖਿਲਾਫ ਸਾਡੀ ਸੇਧ ਕੀ ਹੋਵੇ, ਅਸੀਂ ਜਾਣਾ ਕਿੱਧਰ ਨੂੰ ਆ। ਕੱਲ੍ਹ ਨੂੰ ਕਰਫਿਊ ਲੱਗ ਗਿਆ ਮੰਨ ਲਿਓ, ਫੇਰ ਕਿਵੇਂ ਲੋਕ ਕੱਢਣੇ ਆ, ਲਾਮਬੰਦ ਕਰਨੇ ਆ। ਉਹ ਕਰਫਿਊ ਸ਼ਾਂਤਮਈ ਢੰਗ ਨਾਲ ਕਿਵੇਂ ਨਜਿੱਠ ਕੇ ਤੋੜਨਾ, ਇਹ ਸਾਰੀਆਂ ਐਗਜ਼ਾਮਪਲਾਂ ਇਤਿਹਾਸ 'ਚ ਪਈਆਂ। ਮੈਂ ਤਾਂ ਉਦੋਂ ਦਾ ਕਹੀ ਜਾਂਦਾ, ਸੇਧ ਲਓ ਇਸ ਇਤਿਹਾਸ ਤੋਂ। ਸੰਘਰਸ਼ ਆਗੂਆਂ ਦਾ ਸੰਘਰਸ਼ ਆ ਕਿ ਲੋਕਾਂ ਦਾ ਸੰਘਰਸ਼ ਆ, ਇਹ ਤੈਅ ਕਰੋ ਪਹਿਲਾਂ ਤਾਂ। ਲੜਾਈ ਲੜ ਕੇ ਤੇ ਫੇਰ ਜਿੱਤਣ ਦੀ ਆਸ ਕਰੋਗੇ, ਫੇਰ ਤਾਂ ਅਸੀਂ ਜਿੱਤ ਹੀ ਨਹੀਂ ਸਕਦੇ। ਹੁਣ ਕੱਲ ਜਿਹੜਾ ਗਏ ਸੀ, ਐਕਚੁਅਲੀ ਉੱਥੇ ਵੀ ਚਲੋ ਪਹਿਲਾਂ ਤਾਂ ਜਾਣਾ ਨਹੀਂ ਚਾਹੀਦਾ ਸੀ ਜੇ ਚਲੇ ਗਏ, ਕਿਉਂਕਿ ਜਦੋਂ ਸੰਘਰਸ਼ ਚੱਲ ਰਿਹਾ, ਅੰਦੋਲਨ ਚੱਲ ਰਿਹਾ, ਉਹਦੇ 'ਚ ਵੇਰੀਏਬਲਸ ਬੜੇ ਹੁੰਦੇ ਆ। ਉਸ ਵੇਰੀਏਬਲਸ ਦੇ ਅਕੋਰਡਿੰਗਲੀ ਸਾਨੂੰ ਐਕਟ ਕਰਨਾ ਪੈਂਦਾ, ਠੀਕ ਆ। ਹੁਣ ਵੇਰੀਏਬਲ ਨਵਾਂ ਕੀ ਆ ਗਿਆ ਸੀ ਵੀ ਚਲੇ ਗਏ, ਉੱਥੇ ਉਹਨਾਂ ਨੇ ਹਿਊਮਿਲੇਟ ਕੀਤਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸ਼ੰਭੂ ਮੋਰਚੇ ਦੀ ਗੂੰਜ ਦਿੱਲੀ ਤੱਕ ਪਹੁੰਚ ਰਹੀ ਹੈ। ਵੱਖ-ਵੱਖ ਆਗੂ ਲਗਾਤਾਰ ਇੱਥੇ ਪਹੁੰਚ ਕਰਕੇ ਆਵਾਜ਼ ਬੁਲੰਦ ਕਰ ਰਹੇ ਨੇ ਕਿ ਕਿਸਾਨਾਂ ਦੇ ਸੰਘਰਸ਼ ਨੂੰ ਕਿਵੇਂ ਅੱਗੇ ਤੱਕ ਤੋਰਨਾ ਹੈ। ਜਿਸ ਤਰੀਕੇ ਦੇ ਨਾਲ ਕੱਲ ਬੈਠਕ ਹੋਈ ਦਿੱਲੀ ਦੇ ਵਿੱਚ, ਕਿਸਾਨਾਂ ਨੂੰ ਬੇਰੰਗ ਵਾਪਸ ਆਉਣਾ ਪਿਆ, ਤਾਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਸਵਾਲ ਉੱਠ ਰਹੇ ਨੇ। ਸਾਡੇ ਨਾਲ ਦੀਪ ਸਿੱਧੂ ਨੇ। ਦੀਪ ਬਾਈ, ਜਿਹੜੇ ਹੁਣ ਸੰਘਰਸ਼ ਦੀ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਇੱਕ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਦਿੱਲੀ ਇੰਨੀ ਛੇਤੀ ਨਹੀਂ ਜਾਣਾ ਚਾਹੀਦਾ, ਉਹੀ ਗੱਲ ਹੋਈ, ਉੱਥੋਂ ਵਾਪਸ ਮੁੜਨਾ ਪਿਆ। ਹੁਣ ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ BJP ਆਗੂਆਂ ਦਾ ਘਿਰਾਓ ਕਰਾਂਗੇ। ਕਿੱਦਾਂ ਦੇਖਦੇ ਹੋ ਜਿਹੜੀ ਦਿੱਲੀ ਤੋਂ ਵਾਪਸੀ ਹੋਈ ਕਿਸਾਨਾਂ? ਦੇਖੋ, ਪਹਿਲੀ ਗੱਲ ਤਾਂ ਜਦੋਂ ਦਿੱਲੀ ਜਾਣਾ ਸੀ, ਸਾਨੂੰ ਪ੍ਰਿਪੇਅਰ ਹੋ ਕੇ ਜਾਣਾ ਚਾਹੀਦਾ ਸੀ। ਪ੍ਰਿਪੇਅਰ ਕਿਵੇਂ ਹੋਣਾ? ਦੋ ਢੰਗ ਨਾਲ। ਇੱਕ ਤਾਂ ਆਪਦੀ ਪ੍ਰੈਪਰੇਸ਼ਨ ਕਰਨੀ ਆ, ਅਸੀਂ ਆਪਦੀ ਪ੍ਰੈਪਰੇਸ਼ਨ ਇਹ ਕਰਨੀ ਆ ਵੀ ਸਾਡੇ ਪੈਨਲਿਸਟ ਉਹਦੇ 'ਚ ਕੌਣ ਹੋਣ, ਨੈਗੋਸ਼ੀਏਟਰ ਕੌਣ ਹੋਣ, ਐਗਰੋ ਇਕੋਨੋਮਿਸਟ ਹੋਣ, ਲੀਗਲ ਮਾਈਂਡਸ ਹੋਣ, ਉਹ ਸਾਰੇ ਬੰਦੇ ਸਾਨੂੰ ਨਾਲ ਲੈ ਕੇ ਜਾਣੇ ਚਾਹੀਦੇ ਸੀ। ਦੂਜੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਦਿੱਲੀ ਜਾਣ ਤੋਂ ਪਹਿਲਾਂ ਸਾਨੂੰ ਇਹ ਵੀ ਭਰੋਸਾ ਹੋਣਾ ਚਾਹੀਦਾ ਵੀ ਸਰਕਾਰ ਇਸ ਕੰਮ ਲਈ ਸਾਨੂੰ ਹੱਲ ਦੇਣ ਵਾਸਤੇ ਸੀਰੀਅਸ ਆ। ਤਾਂ ਜਦੋਂ ਤੱਕ ਕੋਈ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਦਾ, ਕੋਈ ਨਤੀਜਾ ਨਹੀਂ ਆਉਂਦਾ, ਸਰਕਾਰ ਉਹਨਾਂ ਸਾਰੇ ਲਾਜ਼ ਨੂੰ ਉਹਨੂੰ ਸਸਪੈਂਡ ਕਰੇ, ਉਹਨੂੰ ਦੇ ਸ਼ੁੱਡ ਕੀਪ ਇਟ ਇਨ ਅਬੈਂਸ। ਸੋ ਜਦੋਂ ਤੱਕ ਸਾਨੂੰ ਪ੍ਰੋਟੈਕਸ਼ਨ ਹੀ ਨਹੀਂ ਦੇ ਰਹੇ, ਉਹ ਤਾਂ ਲਾਅ ਬਣਾਤਾ ਨਾ, ਲਾਗੂ ਆ, ਤੇ ਨਾਲ ਗੱਲ ਕਰ ਰਹੇ ਆ। ਇਹਦਾ ਮਤਲਬ ਤਾਂ ਇਹ ਸੀ ਇਹ ਦਿੱਲੀ ਦਾ ਪੈਂਤਰਾ, ਦਿੱਲੀ ਸਾਡਾ ਮੋਮੈਂਟਮ ਤੋੜਨ ਵਾਸਤੇ ਸਾਨੂੰ ਬੁਲਾ ਰਹੀ ਆ। ਤੇ ਉਹੀ ਗੱਲ ਹੋਈ ਜਿਹੜੀ ਮੈਂ ਕੱਲ ਕਹੀ ਸੀ। ਜਦੋਂ ਅਸੀਂ ਸੰਘਰਸ਼ ਵਿੱਢਦੇ ਆ, ਦੇਖੋ ਲਾਮਬੰਦੀ ਹੋ ਜਾਂਦੀ ਆ ਹਮੇਸ਼ਾ ਪੰਜਾਬ 'ਚ, ਪੰਜਾਬ ਦੇ ਲੋਕ ਸਾਥ ਦਿੰਦੇ ਆ, ਜਜ਼ਬਾ ਬਹੁਤ ਆ, ਪਰ ਕੱਲੀ ਲਾਮਬੰਦੀ ਤੇ ਉਤਸ਼ਾਹ ਕੁਛ ਨਹੀਂ ਕਰਦਾ। ਜਦੋਂ ਸੰਘਰਸ਼ ਵਿੱਢਿਆ ਜਾਂਦਾ, ਪਹਿਲੀ ਉਮੀਦ ਤਾਂ ਇਹ ਰੱਖੀ ਜਾਂਦੀ ਹੈ ਵੀ ਅਸੀਂ ਜਿੱਤਾਂਗੇ। ਇਹ ਤਾਂ ਉਮੀਦ ਤੇ ਭਾਵਨਾ ਸੰਘਰਸ਼ 'ਚ ਹੁੰਦੀ ਹੈ ਨਾ ਸਾਡੀ। ਅਗਲੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਸਾਡੇ ਆਗੂਆਂ 'ਚ ਕਿੰਨੀ ਕੁ ਸਮਝ ਆ, ਕਿੰਨੇ ਕੁ ਡੂੰਘੀ ਜਾਂ ਮੈਚੋਰਿਟੀ ਰੱਖਦੇ ਆ ਉਹ, ਤੇ ਉਹ ਦੁਸ਼ਮਣ ਦੀ ਮਾਨਸਿਕਤਾ ਨੂੰ ਸਮਝਦੇ ਆ ਕਿ ਨਹੀਂ ਸਮਝਦੇ। ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਰਣਨੀਤੀ ਦੀ ਘਾਟ ਜਿਹੜੀ ਆ ਉਹ ਨੁਕਸਾਨ ਕਰਦੀ ਆ ਹਮੇਸ਼ਾ ਸਾਡੇ ਸੰਘਰਸ਼ਾਂ ਦਾ। ਇਸ ਵੇਲੇ ਜੇ ਅਸੀਂ BJP ਆਗੂਆਂ ਦੀ ਗੱਲ ਕਰੀਏ, ਉਹ ਤਾਂ ਸਾਫ਼ ਤੌਰ ਤੇ ਹੱਲੇ ਵੀ ਇਹ ਗੱਲ ਕਹਿ ਰਹੇ ਨੇ ਕਿ ਇਹ ਕਾਨੂੰਨ ਵਾਪਸ ਨਹੀਂ ਹੋਣੇ, ਅਸੀਂ ਤਾਂ ਕਿਸਾਨਾਂ ਨੂੰ ਸਿਰਫ ਗੱਲਬਾਤ ਲਈ ਬੁਲਾਇਆ ਸੀ। ਬਾਈ ਜੀ, ਇਹੀ ਤਾਂ ਗੱਲ ਹੈ ਨਾ। ਤੁਸੀਂ ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਦੁਸ਼ਮਣ ਕੌਣ ਆ ਤੇ ਉਹਦੀ ਮਾਨਸਿਕਤਾ ਉਹਦੀ ਤਾਸੀਰ ਕੀ ਆ, ਤੁਸੀਂ ਕਿਵੇਂ ਲੜੋਗੇ। ਤੁਸੀਂ ਲੜੋਗੇ ਤਾਂ ਉਦੋਂ ਹੀ ਨਾ ਜਦੋਂ ਦੁਸ਼ਮਣ ਦੀ ਮਾਨਸਿਕਤਾ ਤੇ ਤਾਸੀਰ ਨੂੰ ਸਮਝੋਗੇ, ਫੇਰ ਹੀ ਰਣਨੀਤੀ ਤੈਅ ਕਰੋਗੇ। ਇਹ ਤਾਂ ਇੱਕ ਇਲੂਜ਼ਨ ਪਾਲ ਕੇ ਗਏ ਸੀ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਬਹੁਤ ਵੱਡਾ ਪ੍ਰੈਸ਼ਰ ਆ ਸਰਕਾਰ ਤੇ, ਅਸੀਂ ਜਾਵਾਂਗੇ ਤੇ ਸਾਡੀਆਂ ਮੰਗਾਂ ਮੰਨ ਲੈਣਗੇ, ਪਰ ਉਹਨਾਂ ਨੇ ਹਿਊਮਿਲੇਟ ਕੀਤਾ। ਮੈਂ ਉਦੋਂ ਦਾ ਕਹਿ ਰਿਹਾ, ਕੋਈ ਪ੍ਰੈਸ਼ਰ ਨਹੀਂ ਪੈਣਾ ਜਦੋਂ ਤੱਕ ਉਹਨਾਂ ਦੀ ਰਾਜਸੀ ਮਜਬੂਰੀ ਨਹੀਂ ਖੜੀ ਹੋਣੀ। ਇਹ ਤਾਂ ਇੱਕ ਇਲੂਜ਼ਨ ਪਾਲ ਕੇ ਉੱਥੇ ਗਏ ਤੇ ਉਹ ਇਲੂਜ਼ਨ ਟੁੱਟ ਗਿਆ ਤੇ ਮੁੜ ਕੇ ਹਿਊਮਿਲੇਟ
ਅਸੀਂ ਮਹਿਸੂਸ ਕੀਤਾ ਵੀ ਯਾਰ ਸਾਨੂੰ ਹਿਊਮਿਲੇਟ ਕੀਤਾ ਗਿਆ, ਔਰ ਕੀਤਾ ਵੀ ਹੈ ਉਹਨਾਂ ਨੇ। ਬੜੀ ਹੈਰਾਨੀ ਦੀ ਗੱਲ ਹੈ, ਸੰਘਰਸ਼ ਇਕੱਠਿਆਂ ਨੇ ਸ਼ੁਰੂ ਕੀਤਾ ਸੀ। ਦੀਪ, ਤੁਸੀਂ ਵੀ ਸ਼ੁਰੂ ਕੀਤਾ, ਤੁਸੀਂ ਇਹ ਵੀ ਗੱਲ ਕੀਤੀ ਕਿ ਅਸੀਂ ਕਿਸਾਨਾਂ ਦੀ ਸਹਿਮਤੀ ਦੇ ਨਾਲ ਹਰ ਕੰਮ ਜਿਹੜਾ ਉਹ ਕਰਾਂਗੇ, ਮੋਰਚੇ ਦਿੱਤੇ ਜਾਣਗੇ ਉਹ ਵੀ ਕਿਸਾਨਾਂ ਦੀ ਸਹਿਮਤੀ ਨਾਲ ਦਿੱਤੇ ਜਾਣਗੇ। ਪਰ ਕਿਤੇ ਨਾ ਕਿਤੇ ਜਿਹੜੀ ਤੁਹਾਡਾ ਸ਼ੰਭੂ ਮੋਰਚਾ, ਕਿਸਾਨਾਂ ਦੇ ਅਲੱਗ ਮੋਰਚੇ, ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਪਾਰਟੀਆਂ ਜਿਹੜੀਆਂ ਅਕਸਰ ਇਦਾਂ ਦੇ ਮੌਕਿਆਂ ਦਾ ਫਾਇਦਾ ਚੁੱਕਦੀਆਂ ਨੇ, ਇਸ ਮੌਕੇ ਦਾ ਵੀ ਫਾਇਦਾ ਚੱਕ ਸਕਦੀਆਂ ਨੇ ਉਹ? ਨਹੀਂ ਬਾਈ ਜੀ, ਇਹ ਗੱਲ ਸਮਝਣ ਦੀ ਜ਼ਰੂਰਤ ਆ। ਸਾਡੀ ਕਿਸਾਨਾਂ ਦੀ ਪੀੜ੍ਹੀ ਨੇ ਜਦੋਂ ਸੰਘਰਸ਼ ਵਿੱਢਿਆ ਨਾ 1950 ਚ, ਇਤਿਹਾਸ ਦੇਖਦੇ ਹਾਂ ਆਪਾਂ, ਸੰਘਰਸ਼ ਵਿੱਢਿਆ ਤਾਂ ਸੰਘਰਸ਼ ਉਹਨਾਂ ਨੇ ਵਿੱਢਿਆ ਖੇਤੀ ਦੀਆਂ ਉਪਜਾਂ ਦੇ ਲਾਹੇਵੰਦ ਜਿਹੜੇ ਮੁੱਲ ਲੈਣ ਖਾਤਰ ਸਰਕਾਰ ਤੋਂ। ਇੱਕ ਕਿਸਾਨਾਂ ਦੀ ਪੀੜ੍ਹੀ ਤਾਂ ਖੇਤੀ ਦੀਆਂ ਉਪਜਾਂ ਦੇ ਲਾਹੇਵੰਦ ਮੁੱਲ ਲੈਣ 'ਚ ਹੀ ਖਤਮ ਹੋ ਗਈ। ਅੱਧੀ ਕੁ ਸਦੀ ਪਹਿਲਾਂ ਉਹਨਾਂ ਕਿਸਾਨਾਂ ਦੇ ਹੱਕ ਲਈ ਜਥੇਬੰਦੀਆਂ ਬਣੀਆਂ, ਜਥੇਬੰਦੀਆਂ ਦੇ ਆਗੂ ਵੀ ਲੜਦੇ ਗੋਲੀਆਂ ਵੀ ਖਾਧੀਆਂ, ਡਾਂਗਾਂ ਵੀ ਖਾਧੀਆਂ, ਬਿਰਧ ਹੋ ਗਏ। ਲੜਾਈ ਕੀ ਆ? ਰਿਆਇਤ ਮੰਗਦੇ ਆ ਅਸੀਂ। ਲੜਾਈ ਕੀ ਆ? ਲਾਹੇਵੰਦ ਫਸਲਾਂ ਦੇ ਮੁੱਲ ਮੰਗਦੇ ਆ ਅਸੀਂ। ਅੱਜ ਤੱਕ ਸਾਨੂੰ ਖੈਰਾਤ ਹੀ ਮਿਲੀ ਆ, ਹੱਕ ਦੀ ਗੱਲ ਅਸੀਂ ਕੀਤੀ ਨਹੀਂ, ਸਾਨੂੰ ਹੱਕ ਮਿਲੇ ਨਹੀਂ। ਸਮਝਣ ਦੀ ਜ਼ਰੂਰਤ ਕੀ ਆ? ਜਦੋਂ ਤੱਕ ਪੰਜਾਬ ਕੋਲੇ ਆਪਦੇ ਖੇਤੀ ਦੇ ਮਸਲਿਆਂ ਨੂੰ ਹੱਲ ਕਰਨ ਦਾ ਹੱਕ ਆਪਦੇ ਕੋਲੇ ਨਹੀਂ ਆਊਗਾ, ਉਦੋਂ ਤੱਕ ਸਾਡਾ ਕੋਈ ਇਹਦੇ ਚੋਂ ਹੱਲ ਨਹੀਂ ਨਿਕਲਣਾ। ਨਹੀਂ ਤਾਂ ਅਗਲੀ ਪੀੜ੍ਹੀ, ਹੁਣ ਨੌਜਵਾਨ ਜਿਹੜੇ ਅੱਗੇ ਆ ਰਹੇ ਆ, ਉਹ ਬਿਰਧ ਆਗੂਆਂ ਦੀ ਜਗ੍ਹਾ ਲੈਣ ਵਾਸਤੇ ਬੈਠੇ ਆ। ਪਰ ਹੋਣਾ ਕੀ ਆ, ਜੇ ਰਿਆਇਤਾਂ ਲਈ ਲੜਦੇ ਰਹੇ ਉਹਨਾਂ ਨੇ ਵੀ ਬਿਰਧ ਹੋ ਜਾਣਾ ਤੇ ਸਿੱਟਾ ਫੇਰ ਵੀ ਕੁਛ ਨਹੀਂ ਨਿਕਲਣਾ। ਨਿਕਲਣਾ ਕੀ ਆ? ਖੁਦਕੁਸ਼ੀਆਂ। ਨਿਕਲਣਾ ਕੀ ਆ? ਕਰਜ਼ੇ। ਫੇਰ ਅਸੀਂ ਰਿਆਇਤਾਂ ਨੂੰ ਛੱਡੋ, ਹੱਕਾਂ ਲਈ ਲੜੋ। ਤੁਹਾਡੇ ਕੋਲੇ ਤੁਹਾਡੀਆਂ ਫਸਲਾਂ ਦਾ ਮੁੱਲ ਤੈਅ ਕਰਨ ਦਾ ਹੱਕ ਤੁਹਾਡੇ ਕੋਲੇ ਹੋਣਾ ਚਾਹੀਦਾ। ਜੇ ਤੁਸੀਂ ਇਸ ਗੱਲ ਤੇ ਨਹੀਂ ਆਓਗੇ ਤਾਂ ਸੰਘਰਸ਼ ਫਿਰ ਅਸੀਂ ਵੀ ਕਰਦੇ ਰਹਾਂਗੇ, ਨਿਕਲਣਾ ਫੇਰ ਵੀ ਕੁਛ ਨਹੀਂ। ਬੜੀ ਹੈਰਾਨੀ ਦੀ ਗੱਲ ਹੈ, ਸਿਆਸਤਦਾਨਾਂ ਤੇ ਹਰੇਕ ਵਾਰੀ ਅਸੀਂ ਭਰੋਸੇ ਕਰ ਲੈਂਦੇ, ਕਾਂਗਰਸ, ਅਕਾਲੀ ਦਲ, ਬੀਜੇਪੀ, ਜਿਹੜੀਆਂ ਮਰਜ਼ੀ ਸਿਆਸੀ ਧਿਰਾਂ ਹੋਣ, ਸਾਡੇ ਕਿਸਾਨਾਂ ਨੂੰ, ਸਾਡੇ ਆਮ ਲੋਕਾਂ ਨੂੰ ਹਮੇਸ਼ਾ ਮੂਰਖ ਬਣਾ ਲੈਂਦੀਆਂ। ਐਤਕੀ ਫਿਰ ਤਿਆਰੀਆਂ ਚੱਲ ਪਈਆਂ ਨੇ ਕਿਸੇ ਨਾ ਕਿਸੇ ਤਰੀਕੇ ਇਸ ਸੰਘਰਸ਼ ਨੂੰ ਤਾਰ ਪਿਟੋ ਕਰਨ ਦੀਆਂ। ਦੀਪ ਕਿਵੇਂ ਸੋਚਦਾ ਕਿ ਕਿਵੇਂ ਇਸ ਸੰਘਰਸ਼ ਨੂੰ ਤਾਰ ਪਿਟੋ ਨਹੀਂ ਹੋਣ ਦੇਣਾ, ਕਿਵੇਂ ਇਸ ਸੰਘਰਸ਼ ਨੂੰ ਨਤੀਜੇ ਵੱਲ ਲੈ ਕੇ ਜਾਣਾ ਹੈ? ਦੇਖੋ, ਦੋ ਤਿੰਨ ਗੱਲਾਂ ਦੀ ਕਲੈਰਿਟੀ ਬੜੀ ਜ਼ਰੂਰੀ ਆ। ਪਹਿਲਾਂ ਤਾਂ ਸਾਨੂੰ ਆਪਦੀ ਸਮਝ ਹੋਣੀ ਚਾਹੀਦੀ ਆ। ਆਪਦੀ ਸਮਝ ਹੋਊਗੀ ਤਾਂ ਸਾਡੀਆਂ ਮੰਗਾਂ ਤੇ ਹੱਕਾਂ ਦੀ ਸਮਝ ਹੋਊਗੀ। ਠੀਕ ਹੈ, ਅਸੀਂ ਕਦੇ ਸਵਾਲ ਨਹੀਂ ਪੁੱਛਿਆ। ਅਸੀਂ ਇਹ ਕਹਿੰਦੇ ਰਹੇ ਸਾਨੂੰ ਰਿਆਇਤਾਂ ਦਿਓ, ਸਾਨੂੰ MSP ਦਿਓ, ਸਾਨੂੰ APMC ਜਾਂ ਮੰਡੀਕਰਨ ਦਾ ਹੱਕ ਦਿਓ। ਅਸੀਂ ਇਹ ਨਹੀਂ ਕਿਹਾ ਕਦੇ ਵੀ ਤੁਹਾਡੇ ਕੋਲੇ ਹੱਕ ਕਿਹਨੇ ਦਿੱਤਾ ਸਾਡੀਆਂ ਫਸਲਾਂ ਦਾ ਤੈਅ ਕਰਨ ਵਾਸਤੇ ਮੁੱਲ। ਜੇ ਤੁਸੀਂ ਸਾਨੂੰ ਜਿਹੜਾ ਕੁਝ ਵੇਚਦੇ ਹੋ, ਸਾਨੂੰ ਰੇਹਾਂ ਸਪਰੇਆਂ ਵੇਚਦੇ ਹੋ, ਉਹ ਵੀ ਮੁੱਲ ਤੁਸੀਂ ਤੈਅ ਕਰਦੇ ਹੋ। ਬਿਜਲੀ ਪਾਣੀ ਵੇਚਦੇ ਹੋ, ਉਹ ਵੀ ਮੁੱਲ ਤੁਸੀਂ ਤੈਅ ਕਰਦੇ ਹੋ। ਸਾਨੂੰ ਮਸ਼ੀਨਰੀ, ਟਰੈਕਟਰ, ਤਵੀਆਂ, ਸੁਹਾਗੇ ਵੇਚਦੇ ਹੋ, ਜਾਂ ਬੀਜਣ ਵਾਲੀਆਂ ਮਸ਼ੀਨਾਂ ਵੀ ਵੇਚਦੇ ਹੋ, ਉਹ ਵੀ ਮੁੱਲ ਇਹ ਤੈਅ ਕਰਦੇ ਆ। ਲੇਬਰ ਦਾ ਮੁੱਲ ਵੀ ਇੱਥੋਂ ਤੈਅ ਹੁੰਦਾ। ਠੀਕ ਹੈ, ਤੇ ਜਿਹੜਾ ਅਸੀਂ ਪੈਦਾ ਕਰਦੇ ਹਾਂ ਉਹ ਵੀ ਮੁੱਲ ਇਹ ਤੈਅ ਕਰਦੇ ਆ। ਜਦੋਂ ਖਰੀਦਣ ਵਾਲਾ ਤੁਹਾਡੀਆਂ ਉਪਜ ਦਾ ਮੁੱਲ ਤੈਅ ਕਰੂਗਾ, ਫਿਰ ਤੁਸੀਂ ਕਿਹੜੀ ਸਿਸਟਮ ਦੀ ਗੱਲ ਕਰਦੇ ਹੋ? ਇੱਕ ਨਾਰਾਜ਼ਗੀ ਕਿਸਾਨ ਜਥੇਬੰਦੀਆਂ ਦੀ ਕਿ ਦੀਪ ਸਿੱਧੂ ਕਿਤੇ ਨਾ ਕਿਤੇ ਵਾਅਦਾ ਖਿਲਾਫੀ ਕਰ ਗਿਆ ਕਿ ਅਸੀਂ ਵਾਅਦਾ ਤਾਂ ਇਹ ਕਰਕੇ ਗਏ ਸੀ ਵੀ ਅਸੀਂ ਇਕੱਠਿਆਂ ਨੇ ਚੱਲਣਾ, ਪਰ ਹੁਣ ਦੀਪ ਅਲੱਗ ਚੱਲ ਰਿਹਾ। ਇਹ ਵਾਅਦਾ ਖਿਲਾਫੀ ਤੋਂ ਬਾਅਦ ਤੁਸੀਂ ਆਪਣਾ ਲਾਈਵ ਕਰਕੇ ਸਾਫ਼ ਤੌਰ ਤੇ ਕਿਹਾ ਕਿ ਮੈਂ ਹਲੇ ਤੁਹਾਡੇ ਖਿਲਾਫ ਬੋਲ ਨਹੀਂ ਰਿਹਾ, ਨਾ ਸਾਨੂੰ ਬੋਲਣਾ ਚਾਹੀਦਾ ਇੱਕ ਦੂਜੇ ਦੇ ਖਿਲਾਫ, ਨਹੀਂ ਤਾਂ ਸੰਘਰਸ਼ ਖਰਾਬ ਹੋ ਜਾਊਗਾ। ਕਿੱਦਾਂ ਦੇਖਦੇ ਹੋ? ਦੇਖੋ, ਮੈਂ ਕਦੇ ਵਾਅਦਾ ਖਿਲਾਫੀ ਨਹੀਂ ਕੀਤੀ। ਜਿੱਦਾਂ ਮੈਂ ਕਿਸਾਨ ਯੂਨੀਅਨ ਵਾਲੀ ਮੀਟਿੰਗ ਦੇ ਵਿੱਚ ਮੌਜੂਦ ਸੀ, ਮੈਂ ਉਦੋਂ ਹੀ ਕਹਿਤਾ ਸੀ ਜੀ, ਸਾਡਾ ਮੋਰਚਾ ਅਸੀਂ ਵਿੱਢਿਆ ਸ਼ੰਭੂ ਤੋਂ, ਉਹ ਪੋਸਟ ਨਹੀਂ ਛੱਡਾਂਗੇ, ਕਿਉਂਕਿ ਅਸੀਂ ਰਿਆਇਤਾਂ ਦੀ ਲੜਾਈ ਨਹੀਂ ਲੜ ਰਹੇ, ਅਸੀਂ ਹੱਕਾਂ ਦੀ ਲੜਾਈ ਲੜ ਰਹੇ ਹਾਂ। ਉਦੋਂ ਦੀ ਮੇਰੀ ਉਸੇ ਹਾਲ 'ਚ ਬੈਠੇ ਦੀ ਇੰਟਰਵਿਊ ਆ, ਮੇਰੇ ਪੇਜ ਤੋਂ ਜਾ ਕੇ ਤੁਸੀਂ ਮੇਰੀ ਇੰਟਰਵਿਊ ਸੁਣ ਲਓ, ਉਹਦੇ 'ਚ ਕਲੀਅਰ ਆ ਗੱਲ। ਇਹ ਤਾਂ ਗੱਲ ਪ੍ਰਚਾਰੀ ਗਈ ਮੇਰੇ ਖਿਲਾਫ ਵੀ ਮੈਂ ਵਾਅਦਾ ਖਿਲਾਫੀ ਕਰ ਗਿਆ। ਮੈਂ ਉਦੋਂ ਦੀ ਇਹੀ ਗੱਲ ਕਹਿ ਰਿਹਾ ਵੀ 17-75 ਸਾਲਾਂ ਦਾ ਇਤਿਹਾਸ ਪਿਆ, ਤੁਸੀਂ ਸੰਘਰਸ਼ ਲੜੇ ਆ, ਤੁਸੀਂ ਬਹੁਤ ਉਹਦੇ 'ਚ ਆਪਦੀਆਂ ਕੁਰਬਾਨੀਆਂ ਵੀ ਕੀਤੀਆਂ, ਪਰ ਪ੍ਰਾਪਤੀ ਕੀ ਆ? ਪ੍ਰਾਪਤੀ ਨਹੀਂ ਆ ਨਾ ਕੋਈ। ਪ੍ਰਾਪਤੀ ਕਿਉਂ ਨਹੀਂ ਆ? ਕਿਉਂਕਿ ਅਸੀਂ ਰਿਆਇਤਾਂ ਤੇ ਖੜੇ ਆ। ਅਸੀਂ ਰਿਆਇਤਾਂ ਤੇ ਨਹੀਂ, ਸਾਡੇ ਜਿਹੜੇ ਫੈਸਲੇ ਆ ਪੰਜਾਬ ਦੇ, ਉਹ ਪੰਜਾਬ ਦਾ ਕਿਸਾਨ ਕਰੇ ਨਾ। ਆਪਦੀ ਫਸਲ ਦਾ ਮੁੱਲ ਕੀ ਆ ਉਹ ਕਿਸਾਨ ਕਰੇ। ਕਿਸਾਨ ਨਾ ਕਰੇ ਤਾਂ ਪੰਜਾਬ ਸਰਕਾਰ ਤਾਂ ਕਰੇ ਨਾ। ਕਿਸਾਨ ਜਥੇਬੰਦੀਆਂ ਕਹਿੰਦੀਆਂ ਹੁਣ ਜਿਸ ਤਰੀਕੇ ਨਾਲ ਸਾਨੂੰ ਦਿੱਲੀ ਤੋਂ ਇਸ ਵੇਲੇ ਉਹਨਾਂ ਨੇ ਰੁਸਵਾ ਕੇ ਭੇਜਿਆ, ਇੱਕ ਹਿਸਾਬ ਨਾਲ ਸਾਡੀਆਂ ਆਵਾਜ਼ ਹੀ ਨਹੀਂ ਸੁਣੀ ਗਈ। ਅਸੀਂ ਹੁਣ BJP ਆਗੂਆਂ ਦੇ ਘਿਰਾਓ ਕਰਾਂਗੇ, ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਧਰਨੇ ਦਿੱਤੇ ਜਾਣਗੇ। ਦੀਪ ਦੀ ਕੀ ਰਣਨੀਤੀ ਹੈ? ਦੇਖੋ, ਗੱਲ ਆਏ ਆ, ਅਸੀਂ ਅਗਲੇ ਲੜਾਈ ਦੇ ਸੰਘਰਸ਼ ਦੇ ਅਗਲੇ ਪਾਰਟ 'ਚ, ਅਗਲੇ ਪੜਾਅ 'ਚ ਚਲੇ ਗਏ ਆ, ਹਨਾ। ਹੁਣ ਉਹ ਪੜਾਅ ਕੀ ਆ? ਸਾਨੂੰ
ਧਰਨਿਆਂ ਤੇ ਮੋਰਚਿਆਂ 'ਚੋਂ ਚੱਕ ਕੇ ਇਹ ਸੰਘਰਸ਼ ਘਰਾਂ ਘਰਾਂ 'ਚ ਲੈ ਕੇ ਜਾਣਾ। ਫਿਰ ਇੱਕ ਲਾਮਬੰਦੀ ਨੈਸ਼ਨਲ ਲੈਵਲ ਤੇ ਕਰਨੀ ਆ। ਇੱਕ ਨੈਸ਼ਨਲ ਫੋਰਮ ਕਮੇਟੀ ਬਣਾਉਣੀ ਚਾਹੀਦੀ ਆ, ਕੋਆਰਡੀਨੇਸ਼ਨ ਕਮੇਟੀ, ਜਿਹੜੀ ਬਾਕੀ ਵੀ ਦੇਸ਼ ਭਰ 'ਚ ਲਾਮਬੰਦੀ ਕਰੇ, ਬਾਕੀ ਕਿਸਾਨ ਜਥੇਬੰਦੀਆਂ ਨਾਲ, ਸੂਬਿਆਂ ਨਾਲ। ਕਿਉਂਕਿ ਤੁਸੀਂ ਦੇਖੋ, ਜੇ ਪੰਜਾਬ ਕੋਲੇ ਹੱਕ ਨਹੀਂ ਤਾਂ ਹਰਿਆਣੇ ਕੋਲੇ ਵੀ ਨਹੀਂ, ਰਾਜਸਥਾਨ ਕੋਲੇ ਵੀ ਨਹੀਂ, ਮਹਾਰਾਸ਼ਟਰ ਕੋਲੇ ਵੀ ਨਹੀਂ, ਕਰਨਾਟਕ ਕੋਲੇ ਵੀ ਨਹੀਂ, ਤਾਮਿਲਨਾਡੂ ਕੋਲੇ ਵੀ ਨਹੀਂ। ਅਸੀਂ ਉਹਨਾਂ ਨੂੰ ਕਿਉਂ ਉਹਨਾਂ ਨਾਲ ਜੋੜੀਏ? ਉਹ ਵੀ ਆਪਦੀ ਖੁਦਮੁਖਤਿਆਰੀ ਮੰਗਦੇ ਆ। ਅਸੀਂ ਤਾਂ ਆਪਦੀ ਖੁਦਮੁਖਤਿਆਰੀ ਜਿੱਦਾਂ ਹੀ ਗ੍ਰੀਨ ਰੈਵੋਲੂਸ਼ਨ ਆਇਆ ਸੀ ਦੇਤੀ ਇਹਨਾਂ ਨੂੰ। ਉਦੋਂ ਪਹਿਲਾਂ ਪੰਜਾਬ ਆਤਮ ਨਿਰਭਰ ਸੀ। ਅਸੀਂ ਸਿਰਫ ਮੇਰੇ ਖਿਆਲ 'ਚ ਨੂਣ ਤੇ ਚਾਹ ਤੋਂ ਬਿਨਾ ਹੋਰ ਕੁਝ ਨਹੀਂ ਖਰੀਦਦੇ ਸੀ। ਪੰਜਾਬ ਦਾ ਕਿਸਾਨ ਸਭ ਅਸੀਂ ਪੈਦਾ ਕਰਦੇ ਸੀ, ਖਾਂਦੇ ਸੀ, ਇੱਥੇ ਹੀ ਖਪਤ ਹੁੰਦਾ ਸੀ। ਪਰ ਜਦੋਂ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਸਭ ਕੁਝ ਬਾਹਰੋਂ ਆਉਣ ਲੱਗ ਗਿਆ, ਅਸੀਂ ਟਰੱਕ ਕਣਕ ਦੇ ਭੇਜਦੇ ਹਾਂ, ਝੋਨੇ ਦੇ ਭੇਜਦੇ ਹਾਂ, ਬਾਕੀ ਜ਼ਰੂਰੀ ਵਸਤਾਂ ਦੇ ਜਿਹੜੇ ਟਰੱਕ ਆ ਇਹ ਭੇਜਦੇ ਆ, ਹਨਾ। ਸੋ ਕਿਤੇ ਨਾ ਕਿਤੇ ਅਸੀਂ ਖੁਦਮੁਖਤਿਆਰੀ ਉੱਥੇ ਹੀ ਦੇ ਬੈਠੇ, ਆਪਣੀ ਖੁਦਮੁਖਤਿਆਰੀ ਦੇ ਬੈਠੇ। ਪਰ ਜਦੋਂ ਸੰਘਰਸ਼ ਵਿੱਢੇ ਜਾਂਦੇ ਨੇ, ਇਸ ਵੇਲੇ ਜੋ ਹਾਲਾਤ ਨੇ, ਤੁਸੀਂ ਮੰਨਦੇ ਹੋ ਕਿ ਇਸ ਸੰਘਰਸ਼ਾਂ ਨੂੰ ਚੱਲਣ ਦਿੱਤਾ ਜਾਵੇਗਾ? ਕਿਉਂਕਿ ਜਿਹੜੇ ਵੀ ਸੰਘਰਸ਼ ਕਰਦੇ ਨੇ, ਸੀਏਏ ਦੇ ਖਿਲਾਫ ਸੰਘਰਸ਼ ਹੋਏ, ਹੁਣ ਉਹਨਾਂ ਲੋਕਾਂ ਤੇ ਯੂਆਪਾ ਠੁੱਕੀ ਜਾ ਰਹੀ ਹੈ, ਯੂਏਪੀਏ ਦੇ ਕੇਸ ਕੀਤੇ ਜਾ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਆਵਾਜ਼ ਬੁਲੰਦ ਜਿਹੜੀ ਕਰ ਰਹੇ ਨੇ ਲੋਕ, ਉਹਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ? ਤੁਹਾਡੀ ਵੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰਨਗੇ ਕੱਲ੍ਹ ਨੂੰ ਇਹ? ਬਾਈ ਜੀ, ਇਹ ਗੱਲ ਤਾਂ ਪੱਕੀ ਆ। ਜਦੋਂ ਮੈਂ ਕਿਹਾ, ਤੁਸੀਂ ਸਰਕਾਰ ਦੀ ਮਾਨਸਿਕਤਾ ਤਾਂ ਸਮਝੋ ਨਾ। ਉਹਨਾਂ ਨੇ ਕਸ਼ਮੀਰੀਆਂ ਦੀ ਨਹੀਂ ਸੁਣੀ, ਹਿਊਮਿਲੇਟ ਕੀਤੇ। ਸੀਏ ਦੇ ਖਿਲਾਫ ਜੋ ਰੋਸ ਪ੍ਰਦਰਸ਼ਨ ਹੋਇਆ, ਸ਼ਾਹੀਨ ਬਾਗ ਹਿਊਮਿਲੇਟ ਕੀਤੇ, ਹਨਾ। ਜਾਮੀਆਂ 'ਚ ਦੇਖ ਲਓ, ਹਿਊਮਿਲੇਟ ਕੀਤਾ ਗਿਆ। ਕਿੱਡੀ ਵੱਡੀ ਮੂਵਮੈਂਟ ਪੈਦਾ ਹੁੰਦੀ ਆ। ਜਾਂ ਤਾਂ ਸਪਰੈਸ ਕਰ ਦਿੰਦੇ ਆ, ਜਾਂ ਉਹਨਾਂ ਤੇ ਜਿਹੜੇ ਕਾਨੂੰਨ ਆ ਯੂਆਪਾ ਵਰਗੇ, ਯੂਏਪੀਏ ਲਾ ਕੇ ਉਹਨਾਂ ਤੇ ਕੇਸ ਪਾ ਦਿੰਦੇ ਆ, ਜਾਂ ਕਿਸੇ ਹੋਰ ਢੰਗ ਨਾਲ ਜ਼ਬਰ ਤੇ ਜ਼ੁਲਮ ਕਰਦੇ ਆ। ਇਹ ਤਾਂ ਮਾਨਸਿਕਤਾ। ਹੁਣ ਇਸੇ ਦੇ ਖਿਲਾਫ ਸਾਡੀ ਸੇਧ ਕੀ ਹੋਵੇ? ਅਸੀਂ ਜਾਣਾ ਕਿੱਧਰ ਨੂੰ ਆ? ਕੱਲ ਨੂੰ ਕਰਫਿਊ ਲੱਗ ਗਿਆ ਮੰਨ ਲਿਓ, ਫੇਰ ਕਿਵੇਂ ਲੋਕ ਕੱਢਣੇ ਆ, ਲਾਮਬੰਦ ਕਰਨੇ ਆ? ਉਹ ਕਰਫਿਊ ਸ਼ਾਂਤਮਈ ਢੰਗ ਨਾਲ ਕਿਵੇਂ ਨਜਿੱਠ ਕੇ ਤੋੜਨਾ? ਇਹ ਸਾਰੀਆਂ ਐਗਜ਼ਾਮਪਲਾਂ ਇਤਿਹਾਸ 'ਚ ਪਈਆਂ। ਮੈਂ ਤਾਂ ਉਦੋਂ ਦਾ ਕਹੀ ਜਾਂਦਾ, ਸੇਧ ਲਓ ਇਸ ਇਤਿਹਾਸ ਤੋਂ। ਸੰਘਰਸ਼ ਆਗੂਆਂ ਦਾ ਸੰਘਰਸ਼ ਆ ਕਿ ਲੋਕਾਂ ਦਾ ਸੰਘਰਸ਼ ਆ, ਇਹ ਤੈਅ ਕਰੋ ਪਹਿਲਾਂ ਤਾਂ। ਜਾਣੀ ਕਿ ਇਸ ਵੇਲੇ ਸਾਨੂੰ ਸੋਚ ਲੈਣਾ ਚਾਹੀਦਾ ਕਿ ਅਸੀਂ ਚੱਲਣਾ ਕਿੱਦਾਂ, ਰਣਨੀਤੀ ਪਹਿਲਾਂ ਕਲੀਅਰ ਕਰ ਲੈਣੀ ਚਾਹੀਦੀ, ਕਿਉਂਕਿ ਤਿਆਰੀ ਕਰ ਲਈ ਗਈ ਹੈ ਸਿਆਸਤਦਾਨਾਂ ਵੱਲੋਂ ਇਸ ਸੰਘਰਸ਼ ਨੂੰ ਤੋੜਨ ਦੀ। ਬਾਈ ਜੀ, ਜੇ ਲੜਾਈ ਲੜਨੀ ਆ ਨਾ, ਤੇ ਲੜਾਈ ਲੜਨ ਤੋਂ ਪਹਿਲਾਂ ਜਿੱਤਣੀ ਪੈਂਦੀ ਆ, ਉਹਦੀ ਰਣਨੀਤੀ ਘੜਨੀ ਪੈਂਦੀ ਆ, ਠੀਕ ਆ। ਉਹ ਪਹਿਲਾਂ ਜਿੱਤੋ, ਫੇਰ ਲੜੋ। ਜੇ ਪਹਿਲਾਂ ਤੁਸੀਂ ਲੜਾਈ ਲੜ ਕੇ ਤੇ ਫੇਰ ਜਿੱਤਣ ਦੀ ਆਸ ਕਰੋਗੇ, ਫੇਰ ਤਾਂ ਅਸੀਂ ਜਿੱਤ ਹੀ ਨਹੀਂ ਸਕਦੇ। ਹੁਣ ਕੱਲ ਜਿਹੜਾ ਗਏ ਸੀ, ਐਕਚੁਅਲੀ ਉੱਥੇ ਵੀ ਚਲੋ ਪਹਿਲਾਂ ਤਾਂ ਜਾਣਾ ਨਹੀਂ ਚਾਹੀਦਾ ਸੀ ਜੇ ਚਲੇ ਗਏ, ਕਿਉਂਕਿ ਜਦੋਂ ਸੰਘਰਸ਼ ਚੱਲ ਰਿਹਾ, ਅੰਦੋਲਨ ਚੱਲ ਰਿਹਾ, ਉਹਦੇ 'ਚ ਵੇਰੀਏਬਲਸ ਬੜੇ ਹੁੰਦੇ ਆ। ਉਸ ਵੇਰੀਏਬਲਸ ਦੇ ਅਕੋਰਡਿੰਗਲੀ ਸਾਨੂੰ ਐਕਟ ਕਰਨਾ ਪੈਂਦਾ, ਠੀਕ ਆ। ਹੁਣ ਵੇਰੀਏਬਲ ਨਵਾਂ ਕੀ ਆ ਗਿਆ ਸੀ ਵੀ ਚਲੇ ਗਏ, ਉੱਥੇ ਉਹਨਾਂ ਨੇ ਹਿਊਮਿਲੇਟ ਕੀਤਾ। ਜੇ ਕਿਤੇ ਅਸੀਂ ਪ੍ਰੈਪਰੇਸ਼ਨ ਕਰਕੇ ਜਾਂਦੇ ਤੇ ਉਹਨਾਂ ਨੂੰ ਪੋਲੀਟੀਕਲ ਡਿਪਲੋਮੈਸੀ 'ਚ ਫੇਲ ਕਰਦੇ, ਸਰਕਾਰ ਨੂੰ ਨੈਸ਼ਨਲ ਮੀਡੀਆ ਸਾਹਮਣੇ ਕਰਦੇ। ਅੱਜ ਤਾਂ ਨੈਸ਼ਨਲ ਮੀਡੀਆ ਸਾਨੂੰ ਕਵਰ ਨਹੀਂ ਕਰ ਰਿਹਾ, ਪਰ ਜਦੋਂ ਕੱਲ ਅਸੀਂ ਸਰਕਾਰ ਦੇ ਘਰ 'ਚ ਬੈਠ ਕੇ ਪੋਲੀਟੀਕਲ ਡਿਪਲੋਮੈਸੀ 'ਚ ਉਹਨਾਂ ਨੂੰ ਫੇਲ ਕਰਦੇ, ਕਿੱਡਾ ਵੱਡਾ ਚਾਂਸ ਬਣ ਸਕਦਾ ਸੀ। ਪਰ ਉੱਥੋਂ ਵੀ ਅਸੀਂ ਨਾਰੇ ਮਾਰ ਕੇ ਤੇ ਬਿੱਲ ਫਾੜਨ ਲੱਗ ਗਏ। ਉਹ ਹੁਣ ਨੈਸ਼ਨਲ ਮੀਡੀਆ ਨੇ ਜਾਂ ਸਰਕਾਰ ਨੇ ਨੈਰੇਟਿਵ ਕੀ ਰਚਿਆ ਵੀ ਇਹਨਾਂ ਨੂੰ ਸਮਝ ਨਹੀਂ, ਇਹ ਤਾਂ ਗੁੰਮਰਾਹ ਹੋਏ ਆ, ਤੇ ਇਹ ਦੇਖੋ ਕਿਸ ਤਰ੍ਹਾਂ ਐਕਟ ਕਰਦੇ ਆ। ਹਾਲਾਂਕਿ ਸਾਡਾ ਅਹਿਸਾਸ ਆ, ਸਾਡੇ ਤੇ ਧੱਕਾ ਹੋ ਰਿਹਾ, ਸਾਡੀ ਧਰਤੀ ਲੈ ਕੇ ਜਾ ਰਹੇ ਹੋ, ਗਲਿਆਂ ਨੂੰ ਹੱਥ ਪਾ ਲਿਆ ਸਾਡੇ। ਸੋ ਉਸ ਇਮੋਸ਼ਨ ਨੂੰ ਕੰਟਰੋਲ ਕਰਕੇ ਪੋਲੀਟੀਕਲ ਡਿਪਲੋਮੈਸੀ ਦੇ ਥਰੂ ਕਿਵੇਂ ਜਿੱਤਣਾ, ਇਹ ਬਹੁਤ ਵੱਡੀ ਗੱਲ ਆ ਸਾਡੇ ਲਈ। ਕਿਸਾਨ ਕਹਿੰਦੇ ਕਿ ਅਸੀਂ ਸੰਘਰਸ਼ ਜਿਹੜਾ ਉਲੀਕ ਰਹੇ ਆ, ਉਹ ਬੜੀ ਸੋਚੀ ਸਮਝੀ ਰਣਨੀਤੀ ਦੇ ਤਹਿਤ ਹੈ। ਜੇ ਅਸੀਂ ਨਾ ਜਾਂਦੇ ਤਾਂ ਸਰਕਾਰ ਨੇ ਇਹ ਕਹਿਣਾ ਸੀ ਇਹ ਤਾਂ ਗੱਲਬਾਤ ਨਹੀਂ ਕਰ ਰਹੇ, ਅਸੀਂ ਕਾਨੂੰਨ ਠੋਕ ਦੇਣਾ ਹੈ। ਬਾਈ ਜੀ, ਗੱਲ ਆਏ ਆ, ਸਰਕਾਰ ਨੇ ਜਿਹੜਾ ਲੈਟਰ ਭੇਜਿਆ, ਤੁਸੀਂ ਉਹਦੀ ਭਾਸ਼ਾ ਹੀ ਪੜ੍ਹ ਲਓ। ਉਹ ਭਾਸ਼ਾ ਹੀ ਇਹ ਆ ਵੀ ਤੁਸੀਂ ਆਓ, ਤੁਹਾਨੂੰ ਇਸ ਬਿੱਲ ਦੇ ਜਾਂ ਇਸ ਨਵੇਂ ਕਾਨੂੰਨ ਦੇ ਇਹਦੇ ਜਿਹੜੇ ਲਾਹੇਵੰਦ ਤਰੀਕੇ ਆ ਜਾਂ ਕਿਸਾਨਾਂ ਲਈ ਕਿਵੇਂ ਲਾਹੇਵੰਦ ਆ, ਉਹ ਦੱਸਦੇ ਆ। ਉਹ 8 ਅਕਤੂਬਰ ਦੇ ਲੈਟਰ ਦੇ ਵਿੱਚ ਸੀਗਾ, ਦੂਜਾ ਲੈਟਰ ਆਇਆ, ਉਹਦੇ ਵਿੱਚ ਇਹ ਜ਼ਿਕਰ ਨਹੀਂ ਸੀਗਾ। ਉਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਕਹਿਤਾ ਵੀ ਸੰਘਰਸ਼ ਬਹੁਤ ਹੋ ਰਹੇ ਨੇ, ਪੰਜਾਬ 'ਚ ਧਰਨੇ ਬੜੇ ਲੱਗ ਰਹੇ ਨੇ, ਆਓ ਅਸੀਂ ਗੱਲਬਾਤ ਕਰਦੇ। ਨਹੀਂ, ਗੱਲਬਾਤ ਕੀ ਕਰਦੇ ਆ? ਦੇਖੋ, ਜਦੋਂ ਕੋਰਟ 'ਚ ਵੀ ਅਸੀਂ ਜਾਂਦੇ ਆ, ਕੋਈ ਕੇਸ ਫਾਈਲ ਕਰਦੇ ਆ, ਕੋਰਟ ਨੂੰ ਕਹਿੰਦੇ ਆ ਪਹਿਲਾਂ ਸਾਨੂੰ ਸਟੇ ਆਰਡਰ ਦਿਓ, ਪ੍ਰੋਟੈਕਸ਼ਨ ਦਿਓ, ਫਿਰ ਕੇਸ ਲੜਾਂਗੇ, ਠੀਕ ਆ। ਜਦੋਂ ਤੱਕ ਤੁਹਾਨੂੰ ਸਿਵਲ ਕੇਸ 'ਚ ਸਟੇ ਨਹੀਂ ਮਿਲਦੀ, ਉਦੋਂ ਬਾਅਦ ਕੇਸ ਤੁਹਾਡਾ ਕੋਈ ਮਤਲਬ ਨਹੀਂ ਹੈ। ਲੜੀ ਜਾਓ ਤੁਸੀਂ, ਸਾਲਾਂ ਬੱਧੀ ਚੱਲਣਾ ਉਹਨੇ। ਸਾਰਾ ਕੇਸ ਸਟੇ ਤੇ ਖੜਾ ਹੁੰਦਾ, ਉਵੇਂ ਕ੍ਰਿਮੀਨਲ ਕੇਸ ਬੇਲ ਤੇ ਖੜਾ ਹੁੰਦਾ। ਇਸੇ ਤਰ੍ਹਾਂ ਸੰਘਰਸ਼ 'ਚ ਜੇ ਗੱਲਬਾਤ ਕਰਨ ਜਾਣੀ ਆ, ਕੋਈ ਆਪਦੀ ਮੰਗ ਤਾਂ ਰੱਖ ਕੇ ਜਾਂਦੇ। ਸਾਡੀ ਤਾਂ ਕੋਈ ਮੰਗ ਹੀ ਨਹੀਂ ਸੀ। ਤੁਸੀਂ ਰਣਨੀਤੀ ਤਿਆਰ ਕਰੀ ਹੋਈ ਹੈ, ਤੁਹਾਡੇ ਜ਼ਿਹਨ ਦੇ ਵਿੱਚ ਇਸ ਵੇਲੇ ਸਾਰਾ ਕੁਝ ਹੈ ਕਿ ਕਿਸ ਤਰੀਕੇ ਨਾਲ ਇਹ ਸੰਘਰਸ਼ ਨੂੰ ਸਫਲ ਬਣਾਉਣਾ, ਰਣਨੀਤੀ ਘੜੀ ਹੋਈ ਹੈ ਦਿਮਾਗ ਦੇ ਵਿੱਚ? ਦੇਖੋ, ਰਣਨੀਤੀ ਤਾਂ ਸਾਡੀ ਪੰਚਾਇਤ ਨੇ ਘੜੀ ਆ। ਰਣਨੀਤੀ ਸਾਡੇ ਸ਼ੰਭੂ, ਇਹ ਇਕੱਲਾ ਦੀਪ ਸਿੱਧੂ ਦਾ ਮੋਰਚਾ ਨਹੀਂ ਆ ਇੱਥੇ,
ਇਹ ਤਾਂ ਲੋਕਾਂ ਦਾ ਮੋਰਚਾ। ਫਿਰ ਇੱਥੇ ਇੱਕ ਪੰਚਾਇਤ ਪੂਰੀ ਅਸੀਂ ਜਿਹੜੀ ਬਣਾਈ ਹੋਈ ਆ, ਜਿੱਥੇ ਸੁਹਿਰਦ ਲੋਕ ਆ, ਇੰਟੈਲੀਜੈਂਟ ਲੋਕ ਆ, ਇੰਟੈਲੈਕਚੁਅਲਸ ਆ, ਪੰਜਾਬ ਨਾਲ ਦਰਦ ਰੱਖਦੇ ਆ, ਪੰਜਾਬ 'ਚ ਸੰਘਰਸ਼ਾਂ 'ਚ ਜ਼ਿੰਦਗੀਆਂ ਦਿੱਤੀਆਂ ਹੋਈਆਂ ਉਹਨਾਂ ਨੇ। ਸੋ ਉਹਨਾਂ 'ਚ ਪਾਲਿਸੀ ਮੇਕਰਸ ਵੀ ਆ। ਹੁਣ ਜਿਹੜੇ ਇਹ ਸਾਰੇ ਬੰਦੇ ਆ, ਇਹ ਰਣਨੀਤੀ ਘੜਦੇ ਆ। ਮੈਂ ਕਹਾਂ ਜੇ ਮੈਂ ਇਕੱਲਾ ਕੁਛ ਨਹੀਂ, ਮੈਂ ਕੁਛ ਵੀ ਨਹੀਂ ਹਾਂ ਜੀ। ਦੀਪ, ਆਖਰੀ ਸਵਾਲ, ਬਹੁਤ ਸਾਰੇ ਚਿੰਤਕ ਪਹੁੰਚ ਰਹੇ ਨੇ, ਮੋਰਾਲੀ ਪਹੁੰਚੇ, ਸੁਖਪਾਲ ਖਹਿਰਾ ਪਹੁੰਚੇ, ਪਰ ਜਦੋਂ ਬਲਜੀਤ ਸਿੰਘ ਦਾਦੂਵਾਲ ਪਹੁੰਚੇ ਉਦੋਂ ਲੋਕਾਂ ਨੇ ਰੋਸ ਜਤਾਇਆ। ਕਹਿੰਦੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬਰਗਾੜੀ ਦਾ ਮੋਰਚਾ ਚੁੱਕ ਲਿਆ ਸੀਗਾ, ਸਮਝੌਤੇ ਕਰ ਲਏ ਸੀਗੇ, ਉਹ ਰੋਸ ਹੋਇਆ। ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਗੱਲ ਐ ਆ, ਜਦੋਂ ਲੋਕਾਂ ਦਾ ਮੋਰਚਾ ਕਹਿ ਦਿੱਤਾ ਜਾਂਦਾ ਨਾ, ਤੇ ਫਿਰ ਉਸ ਮੰਚ ਤੋਂ ਹਰ ਕਿਸੇ ਸ਼ਖਸ ਨੂੰ ਕਿਉਂਕਿ ਤੁਸੀਂ ਦੇਖਿਆ ਆਪਾਂ ਹਰ ਨੌਜਵਾਨ ਨੂੰ ਬੋਲਣ ਦਾ ਮੌਕਾ ਦਿੰਨੇ ਆ, ਹਨਾ, ਹਰ ਸ਼ਖਸ ਨੂੰ ਬੋਲਣ ਦਾ ਮੌਕਾ ਦਿੰਨੇ ਆ। ਫਿਰ ਇਹ ਮੈਂ ਗੱਲ ਮੰਨਦਾ ਵੀ ਕੋਈ ਗੁੱਸੇ ਗਲੇ ਸੰਗਤ 'ਚ ਹੋ ਸਕਦੇ ਆ, ਪਰ ਜਦੋਂ ਆ ਹੀ ਗਏ ਤਾਂ ਫਿਰ ਅਸੀਂ ਨਿਰਾਦਰ ਨਹੀਂ ਕਰ ਸਕਦੇ। ਸਾਨੂੰ ਨਿਰਾਦਰ ਨਹੀਂ ਸਿਖਾਇਆ ਸਾਡੇ ਗੁਰੂ ਸਾਹਿਬਾਨਾਂ ਨੇ। ਜਦੋਂ ਆ ਹੀ ਗਏ ਤਾਂ ਉਦੋਂ ਸਾਡਾ ਜਿਹੜਾ ਵਿਹਾਰ ਆ, ਉਦੋਂ ਮੈਨੂੰ ਲੱਗਦਾ ਉਹਦੇ 'ਚ ਸਾਰਥਕਤਾ ਹੋਣੀ ਚਾਹੀਦੀ ਆ, ਉਹਦੇ 'ਚ ਰਿਸਪੈਕਟ ਹੋਣੀ ਚਾਹੀਦੀ। ਇਸ ਗੱਲ ਤੇ ਤੁਸੀਂ ਵਧਾਈ ਦੇ ਪਾਤਰ ਹੋ, ਕਿਉਂਕਿ ਇੱਥੇ ਅਸੀਂ ਜਦੋਂ ਵੀ ਲੋਕਾਂ ਦੇ ਨਾਲ ਵਿਚਾਰ ਚਰਚਾ ਕੀਤੀ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਸਾਨੂੰ ਹਰੇਕ ਬੰਦੇ ਨੂੰ ਜਿਹੜਾ ਦੂਰੋਂ ਦਰਾਡਿਓਂ ਆ ਰਿਹਾ, ਰਾਜਸਥਾਨ ਤੋਂ ਮੁੰਡੇ ਆਏ ਸੀ ਉਹ ਵੀ ਬੋਲ ਕੇ ਗਏ, ਹਰਿਆਣੇ ਤੋਂ ਆਏ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਦੀਪ ਸਿੱਧੂ। ਬੜੀ ਬੇਬਾਕੀ ਦੇ ਨਾਲ ਗੱਲਬਾਤ ਹੋਈ ਹੈ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਰਣਨੀਤੀ ਪਹਿਲਾਂ ਤਿਆਰ ਕਰਨੀ ਚਾਹੀਦੀ ਹੈ। ਕਿਸਾਨਾਂ ਦੇ ਵੱਲੋਂ ਹਲੇ ਰਣਨੀਤੀ ਨਹੀਂ ਉਸ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਅਤੇ ਉਹ ਉਸ ਤਰੀਕੇ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਬੂਰ ਨਹੀਂ ਪੈਣਾ। ਉਹਨਾਂ ਨੇ ਆਪ ਤੌਰ ਤੇ ਕਿਹਾ ਕਿ ਅਸੀਂ ਕਿਸੇ ਤੋਂ ਵੱਖ ਨਹੀਂ, ਪਰ ਇਹ ਕਿਸਾਨਾਂ ਦੇ ਲੋਕਾਂ ਦਾ ਧਰਨਾ ਹੈ, ਲੋਕਾਂ ਦਾ ਸੰਘਰਸ਼ ਹੈ ਤੇ ਇਸੇ ਤਰ੍ਹਾਂ ਜਾਰੀ ਰਹੂਗਾ ਜਦੋਂ ਤੱਕ ਕੋਈ ਸਿੱਟਾ ਨਹੀਂ ਨਿਕਲਦਾ। ਤੁਹਾਡਾ ਇਸ ਬਾਰੇ ਕੀ ਸੋਚਣਾ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਸ਼ੰਭੂ।